चाननी चेतनता, सदा चाननी चेतनता, सदा चाननी चेतनता, सदा चाननी चेतनता, सदा चाननी चेतनता। गुरु पिता डॉक्टर जगजीत सिंह गरेवाल जी की इजाज़त के नाल आपां ये प्रोग्राम शुरू कर लगे हाँ। सहजधारा सत्संग का यह प्रोग्राम सहजधारा ग्रंथ के पेश किए गए रूहानीयत के लुकवें भेतां नूं एक एक करके खोलण का ही उपराला है। इस लड़ी के पिछले एक प्रोग्राम के लोक सुखीए ते विचार होया अते दूजे प्रोग्राम के प्रलोक सहेले की बरीक समझ आई है। तो हुण तां ये तीजे हिस्से विच नानक हर प्रभ आपे मेले नाल इस श्लोक की पूर्णता होंदी है। तो प्रभ मिलण की गाथा हुण हो जानी चाहिए है जी। लोक सुखीए प्रलोक सहेले नानक हर प्रभ आपे मिले। गुरु ग्रंथ साहब के अंक नंबर 292 ते 93 ते ये श्लोक होंदा है। श्लोक के अपने 3 हिस्से आपां कीते हैं। ये लोक सुखीए पहला जी, परलोक सहेले नानक हरि प्रभ आपे मिले। आह ते राजन से हरि लफ्ज तो हो गया कि आप वाह दे विच दा जो मिलन है वो उसके अनुग्रह दे नाल हुंदा ते ये जिहड़ी स्थिति है, ये जिहड़ी मानसिक दशा नानक हर प्रभ आपे मेले दी ये साधारण बंदियां दी भी नहीं है। जिहड़े रहस्यवादी लोग ने, मिस्टिक्स भी ने, वो भी इस दी हद तक नहीं पहुँच सकते क्योंकि ये मनुखी अकल दे, मनुखी समझ दे, मनुखी अध्यात्मिकता दे परे दी गल हैगी। ते आपां इस नूं जिहड़ा अज दा लैक्चर है इहनूं एक लफ्ज यूज करते हैं गोरख धंधा। गुरु गोरखनाथ दे एक इस तरह की उलझन देना ਉਹਦਾ ਨਾਮ ਗੋਰਖ ਧੰਦਾ ਹੈਗਾ। ਗੋਰਖ ਧੰਦਾ ਉਸ ਉਲਝਣ ਨੂੰ ਕਹਿੰਦੇ ਆ ਜਿਹਦੇ ਸੁਲਝਣ ਦਾ ਨਾਮ ਨਾ ਲਵੇ ਤੇ ਉਲਝਣ ਪੈਂਦੀ ਸ਼ੁਰੂ ਹੋਈ ਜਾਵੇ। ਤੇ ਇਸ ਲਈ ਇਸੇ ਤਰ੍ਹਾਂ ਹੀ ਜਿਹੜੇ ਜੇ ਕ੍ਰਿਸ਼ਨ ਮੂਰਤੀ ਨੇ ਆਪਣੀ ਹਾਂਜੀ ਉਹਨਾਂ ਨੇ ਵੀ ਇਸ ਪੰਗ ਨੂੰ ਔਜੜ ਪੜਿਆ ਜੰਗਲ ਦਾ ਰਸਤਾ ਕਿਹਾ। ਠੀਕ ਹੈ। ਤੇ ਇਹ ਗੱਲ ਆਪਾਂ ਜਿਹੜੀ ਕਰਨ ਲੱਗੇ ਆ ਆਪਾਂ ਵੀ ਇਸ ਨੂੰ ਥੋੜੀ ਜਿਹੀ ਸਮਝਦਾਰੀ ਨਾਲ ਕਰਾਂਗੇ। ਇਹਨਾਂ 3 ਲੈਕਚਰਸ ਦੇ ਵਿੱਚ ਆਪਾਂ ਜਿੰਨੀ ਗੱਲ ਕਰੀ ਹੈ ਇਹ ਘੱਟੋ ਘੱਟ 30 ਲੈਕਚਰਾਂ ਦੇ ਵਿੱਚ ਹੋ ਜਾਂਦੀ ਤਾਂ ਕੋਈ ਆਪਾਂ ਇਸ ਦੇ ਨਾਲ ਇਨਸਾਫ ਕਰ ਸਕਦੇ ਸੀ। ਪਰ ਕਿਉਂਕਿ ਆਪਣੇ ਕੋਲ ਬੰਦਿਸ਼ ਹੈ ਆਪਾਂ ਇਸ ਨੂੰ ਹੁਣ ਕੰਪਲੀਟ ਕਰਨ ਲੱਗੇ ਹਾਂ। ਜਾਗਰਤ ਅਵਸਥਾ ਦਾ ਮਤਲਬ ਜਦੋਂ ਬੰਦਾ ਗਿਆਨਵਾਨ ਹੋ ਜਾਵੇ ਉਸ ਤੋਂ ਅੱਗੇ ਦੀ ਪੌੜੀ ਜਿਹੜੀ ਹੈਗੀ ਉਸ ਨੂੰ ਅਸੀਂ ਤੁਰੀਆ ਅਵਸਥਾ ਦੇ ਨਾਲ ਜਾਣਦੇ ਹਾਂ। ਤੁਰੀਆ ਅਵਸਥਾ ਤੋਂ ਮਤਲਬ ਆਪਾਂ ਨੂੰ ਲੈਣਾ ਚਾਹੀਦਾ ਕਿ ਜਦੋਂ ਬੰਦਾ ਪੂਰੀ ਤਰ੍ਹਾਂ ਤਿਆਰ ਹੋ ਜਾਂਦਾ ਹੈ ਤੇ ਸੰਸਾਰ ਨੂੰ ਛੱਡ ਜਾਂਦਾ ਹੈ, ਜੀਵਨ ਮੁਕਤ ਹੋ ਜਾਂਦਾ ਹੈ ਤੇ ਜਿਹੜੀ ਖਾਸ ਤੌਰ ਤੇ ਹੈ ਉਸ ਸਥਿਤੀ ਨੂੰ ਨਿਹਕਲੰਕੀ ਹੋਂਦ ਕਹਿੰਦੇ ਆ। ਨਿਹਕਲੰਕੀ ਤੇ ਜਿਹੜੀ ਉਦੋਂ ਵੀ ਉੱਚੀ ਗੱਲ ਹੁੰਦੀ ਹੈ ਨਹੀਂ ਕਰਨੀ। ਠੀਕ ਨਹੀਂ ਕਲੰਕੀ ਦਾ ਮਤਲਬ ਉਹ ਤੇ ਕੋਈ ਦੋਸ਼ ਨਹੀਂ ਲੈ ਸਕਦਾ। ਨਹੀਂ ਕਰਨੀ ਜੋ ਕੁਛ ਉਹ ਕਰਦਾ ਉਸ ਤੋਂ ਬਾਅਦ ਜੀਵਨ ਮੁਕਤ ਸ਼ਰੀਰੀ ਹੋਣ ਨੂੰ ਕਹਿੰਦੇ ਸੀ। ਉਹਦੇ ਵਿੱਚ ਨਹੀਂ ਕਰਨੀ ਉਹਦੇ ਕਿਸੇ ਕਰਮ ਦੇ ਹਿਸਾਬ ਕਿਤਾਬ ਚੰਗੇ ਜਾਂ ਬੁਰੇ ਕਰਮਾਂ ਦੇ ਵਿੱਚ ਨਹੀਂ ਹੁੰਦਾ। ਠੀਕ। ਤੇ ਇਸ ਸਥਿਤੀ ਨੂੰ ਇੱਕ ਗ੍ਰੰਥ ਹੋਰ ਹੈਗਾ ਪ੍ਰਤਿਵਿਗਿਆ ਹਰਦਿਅਮ, ਉਸੇ ਵੇਲੇ ਦਾ ਗ੍ਰੰਥ ਹੈ ਜਦੋਂ ਆਪਾਂ ਸ਼ਿਵ ਸੂਤਰਾਂ ਦੀ ਗੱਲ ਕਰਦੇ ਹਾਂ। ਉਹਦੇ ਵਿੱਚ ਇਸ ਨੂੰ ਇੱਕ ਨਵੇਂ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ। ਉਹ ਕਹਿੰਦੇ ਸ੍ਰਿਸ਼ਟੀ, ਸਥਿਤੀ, ਸੰਹਾਰ, ਵਿਲੈ, ਅਨੁਗ੍ਰਹਿ। 2 ਲਫ਼ਜ਼ ਵਿਲੈ ਤੇ ਅਨੁਗ੍ਰਹਿ ਨੂੰ ਥੋੜਾ ਜਿਹਾ ਧਿਆਨ 'ਚ ਰੱਖਣਾ। ਸ੍ਰਿਸ਼ਟੀ ਮੈਨੇ ਪੈਦਾ ਹੋਣਾ, ਸਥਿਤੀ ਮੈਨੇ ਉਹਦਾ ਸੰਭਾਲ ਜਿਹੜੀ ਹੋਣੀ ਤੇ ਸੰਹਾਰ ਮੈਨੇ ਉਸਦਾ ਖਤਮ ਹੋ ਜਾਣਾ ਆਪਣੀ ਸਰੀਰਕਤਾ ਦਾ ਮਾਇਆ। ਤੇ ਉਸ ਤੋਂ ਬਾਅਦ ਵਿਲੈ ਮਿਲਣ, ਫਿਰ ਹੈ ਅਨੁਗ੍ਰਹਿ 5ਵੀਂ ਸਟੇਜ। ਠੀਕ ਹੈ। ਇਹ ਆਪਾਂ ਕਰਾਂਗੇ ਤੇ ਜੇ ਆਪਾਂ ਇਸ ਨੂੰ ਵਿਚਾਰ ਹੀ ਕਰਨਾ
ਤਾਂ ਆਪਾਂ ਨੂੰ ਆਪਣੇ ਗੁਰੂ ਨਾਨਕ ਦੇਵ ਜੀ ਮਹਾਰਾਜ ਹਾਂਜੀ ਜਿਹੜੇ ਵਰਤਮਾਨ ਯੁੱਗ ਦੇ ਪੈਗੰਬਰ ਨੇ, ਉਹਨਾਂ ਦੀ ਇੱਕ ਲਾਈਨ ਆਪਾਂ ਨੂੰ ਸਮਝ ਲੈਣੀ ਚਾਹੀਦੀ ਹੈ, ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਤੇ ਰਾਮਕਲੀ ਰਾਗ 'ਚ ਹੈ। ਠੀਕ ਹੈ। ਉਹ ਹੈ ਕਿ ਸੁਨ ਸੁਨ ਕਰੇ ਸਭ ਕੋਈ, ਅਨਹਦ ਸੁਨ ਕਹਾਂ ਤੇ ਹੋਈ, ਅਨਹਦ ਸੁਨ ਰਤੇ ਸੀ ਕੈਸੇ, ਜਿਸ ਤੇ ਉਪਜੇ ਤਿਸੀ ਜੈਸੇ। ਇਹਨੂੰ ਸਮਝਣ ਦੇ ਨਾਲ ਜੇ ਭਗਤ ਕਰੀਏ ਤਾਂ ਆਪਾਂ ਕਿਤੇ ਗੱਲ ਪਹੁੰਚਾਂਗੇ। ਸੁਣੋ ਸੁਣ ਕਹੇ ਸਭ ਕੋਈ, ਕਹਿਣ ਨੂੰ ਤਾਂ ਸਾਰੇ ਕਹਿੰਦਾ ਕਿ ਸ਼ੂਨਯ ਅਵਸਥਾ ਨੂੰ ਪਹੁੰਚ ਗਿਆ, ਇਹ ਸ਼ੂਨਯ ਸਥਿਤੀ ਹੋ ਗਈ, ਇਹ ਸ਼ੂਨਯ ਹੋ ਗਈ ਆਪਣੀ ਸਮਾਧੀ, ਤੇ ਜਿਹਨੂੰ ਆਪਾਂ ਲੋਕ ਵੀ ਇਸ ਤੇ ਸਹਿਜ ਸਮਾਧੀ ਕਹਿੰਦੇ ਤਾਂ ਸਾਰੇ ਫਿਰਦੇ ਆ। ਅਨਹਦ ਸੁਣ ਕਹਾਂ ਤੇ ਹੋਈ, ਅਨਹਦ ਬੇਹੱਦੀ ਦੀ ਹੱਦ ਕੋਈ ਨਹੀਂ ਹੈ, ਲਿਮਿਟਲੈਸ। ਜਿਹੜੀ ਸੁਣ ਹੈ ਸ਼ੂਨਯਤਾ, ਉਹ ਕਹਾਂ ਤੋਂ ਕਿੱਥੋਂ ਹੁੰਦੀ? ਇਹ ਮਿਸਟਿਕ ਕੁਐਸਚਨ ਹੈ, ਸਰਸਵਾਦੀ ਸਵਾਲ ਹੈ। ਕਹਿੰਦੇ ਅਨਹਦ ਸੁਣ ਰਤੇ ਸੇ ਕੈਸੇ, ਜਿਹੜੇ ਉਸ ਅਵਸਥਾ ਨੂੰ ਪ੍ਰਾਪਤ ਹੋ ਜਾਂਦੇ ਆ ਉਹ ਲੋਕ ਇਹੋ ਜਿਹੇ ਹੁੰਦੇ ਆ, ਜਿਸ ਤੇ ਉਪਜੇ ਤਿਸੀ ਜੈਸੇ। ਕਰਤੇ ਨੇ ਜਿਹਨੂੰ ਪੈਦਾ ਕੀਤਾ, ਉਹਨਾਂ ਦੀ ਜੋ ਕਿਰਤ ਨੇ ਉਹ ਉਸੇ ਵਰਗੇ ਹੋ ਜਾਂਦੇ ਆ, ਪਰਮਾਤਮਾ ਵਰਗੇ ਹੋ ਜਾਂਦੇ। ਤਾਂ ਇੱਥੋਂ ਆਪਾਂ ਇਸ ਗੱਲ ਨੂੰ ਸ਼ੁਰੂ ਕਰਦੇ ਹਾਂ, ਤੇ ਜਿਸ ਤਰੀਕੇ ਨਾਲ ਆਪਾਂ ਸ਼ੁਰੂ ਕੀਤਾ, ਆਪਾਂ ਇਸ ਨੂੰ ਤੁਰੀਆ ਦੀ ਸਥਿਤੀ ਆਪਾਂ ਕਿਹਾ, ਇਸ ਅਵਸਥਾ ਨੂੰ। ਤੇ ਸੁਨ ਸਮਾਧੀ, ਸ਼ੂਨਯ ਸਮਾਧੀ ਦਾ ਮਤਲਬ ਹੈਗਾ ਸ਼ੂਨਯ। ਸ਼ੂਨਯ ਮੈਨੇ ਜਿਹਦੇ 'ਚ ਕੋਈ ਗਿਣਤੀ ਤੋਂ ਰਹਿਤ। ਸ਼ੂਨਯ ਦਾ ਮਤਲਬ ਹੁੰਦਾ ਹੈਗਾ ਸ਼ਾਂਤੀ। ਸ਼ੂਨਯ ਤੋਂ ਆਪਾਂ ਗਤੀ ਰਹਿਤ ਹੋਣਾ, ਤੇ ਕਿਸੇ ਤਰ੍ਹਾਂ ਦੀ ਤੁਹਾਡੇ 'ਚ ਜਿਹੜੀ ਹਿਲਚੁਲ ਦੀ ਸਥਿਤੀ ਨਾ ਹੋਣੀ। ਸ਼ੂਨਯ ਦਾ ਮਤਲਬ ਹੈ ਗਤੀਹੀਨਤਾ, ਜਿੱਥੇ ਜਾ ਕੇ ਉਹ ਖਤਮ ਹੋ ਜਾਂਦੀ ਹੈ, ਇਸ ਉਸ ਨੂੰ ਕਹਿੰਦੇ ਆ। ਤੇ ਇਹਦੇ 'ਚ ਆਪਾਂ ਪਹਿਲਾਂ ਜਿਹੜੀ ਗੱਲ ਕੀਤੀ ਸੀਗੀ, ਉਹ ਆਪਣੀ ਗੱਲ ਸੀਗੀ ਜਿਹਦੇ ਤੋਂ ਆਪਾਂ ਸ਼ੁਰੂ ਕਰਨੀ, ਉਹ ਸੁਸੁਪਤ, ਸੁਪਨ, ਜਾਗਰਤ, ਤੁਰੀਆ ਅਤੀਤ ਆਪਾਂ ਗੱਲ ਕੀਤੀ ਸੀ। ਤੇ ਇਹਦੇ ਵਿੱਚ ਆਪਾਂ ਇਹਨੂੰ ਇਹ ਸਮਝ ਲੈਣਾ ਚਾਹੀਦਾ ਕਿ ਆਪਾਂ ਸਹਿਜ ਧਾਰਾ ਵਾਲੇ ਇਸ ਨੂੰ ਕੀ ਮੰਨਦੇ ਹਾਂ। ਸਹਿਜ ਧਾਰਾ ਵਾਲੇ ਇਸ ਨੂੰ ਆਪਣੇ ਸਿਸਟਮ ਦੇ ਵਿੱਚ ਸਹਿਜ ਸਮਾਧੀ ਦਾ ਲਕਬ ਦਿੰਦੇ ਆ। ਸਹਿਜ ਸਮਾਧੀ ਦਾ ਮਤਲਬ ਹੈਗਾ ਕਿ ਸਪੌਂਟੇਨੀਅਸਲੀ ਜਦੋਂ ਅਸੀਂ ਚੱਲਦੇ ਹਾਂ ਤਾਂ ਇਸ ਕੰਸਨਟਰੇਟਿਡ ਸਟੇਟ ਦੇ ਵਿੱਚ ਜਦੋਂ ਅਸੀਂ ਹੋ ਜਾਂਦੇ ਹਾਂ, ਤੇ ਸੰਸਾਰਿਕਤਾ ਅਲੋਪ ਹੋ ਜਾਂਦੀ ਹੈ ਸਾਡੇ ਵਿੱਚੋਂ, ਤੇ ਅਸੀਂ ਉਸ ਤੋਂ ਰਹਿਤ ਹੋ ਜਾਂਦੇ ਹਾਂ। ਕਿ ਜਿਹਨੂੰ ਆਪਾਂ ਇਹ ਵੀ ਕਹਾਂਗੇ ਕਿ ਜਿਹੜੀ ਜੀਵਾਤਮਾ ਦੇ ਵਿੱਚ ਜੀਵ ਤੱਤ ਹੈ, ਉਹ ਐਸਾ ਇਸ ਤਰ੍ਹਾਂ ਖਤਮ ਹੁੰਦਾ ਹੈ ਕਿ ਸਾਡੇ ਕੋਲ ਅਸਲੀ ਹੁੰਦਾ, ਉਹ ਸਿਰਫ ਆਤਮਿਕ ਹੋਂਦ ਹੋ ਜਾਂਦੀ ਹੈ। ਇਹਨੂੰ ਜੇ ਆਪਾਂ ਅੱਗੇ ਜਾਵਾਂਗੇ ਤਾਂ ਆਪਾਂ ਇਸ ਨੂੰ ਕਹਿ ਸਕਦੇ ਹਾਂ ਕਿ ਸ਼ਿਵ ਸੂਤਰ ਦਾ ਜਿਹੜਾ ਪਹਿਲੇ ਸ਼ਲੋਕ ਹੈ, ਉਸ ਨੂੰ ਕਹਿੰਦੇ ਨੇ ਚੈਤਨਯਮ ਆਤਮਾ। ਚੇਤਨ ਆਤਮਾ ਨਹੀਂ ਲਫ਼ਜ਼ ਯੂਜ਼ ਕੀਤਾ, ਚੈਤਨਯਮ ਆਤਮਾ। ਉਹ ਆਤਮਾ ਜਿਹੜੀ ਚੇਤਨ ਹੈ, ਜਾਗਰਤ ਹੈ ਤੇ ਸਮਝਦਾਰ ਹੈ, ਉਸ ਸਥਿਤੀ ਨੂੰ ਆਪਾਂ ਪਹੁੰਚ ਜਾਂਦੇ ਹਾਂ। ਇਹਦੇ ਹੁੰਦੀ ਇਹ ਜਿਹੜੀ ਸੰਸਾਰਕ ਯਾਤਰਾ ਦਾ ਜਿਹੜਾ ਆਖਰੀ ਜਿਹੜਾ ਪੜਾਅ ਹੈ ਜੀ, ਇਹਦੀ ਗੱਲ ਸਧਾਰਨ ਵਿਅਕਤੀ ਦਾ ਤਾਂ ਮਸਲਾ ਹੈ ਨਹੀਂ ਜੀ, ਪਰ ਕੋਈ ਤਾਂ ਨਿਤਰੂ ਸੂਰਮਾ ਦੇ ਕਥਨ ਦੇ ਅਨੁਸਾਰ ਸਾਧਕ ਨੇ ਇਸ ਪੜਾਅ ਨੂੰ ਵੀ ਪਾਰ ਕਰਨਾ ਹੁੰਦਾ, ਤੇ ਉਹਦਾ ਸਾਨੂੰ ਫਿਕਰ ਹੈ। ਸੋ ਇਹਦੇ ਬਾਰੇ ਤੁਸੀਂ ਕੋਈ ਜ਼ਿਕਰ ਛੇੜੋ ਜੀ। ਆਪਾਂ ਆਪਣੇ ਕੋਲੇ ਖਜ਼ਾਨਾ ਹੈ ਇਸਦਾ, ਉਹ ਹੈਗਾ ਇਹ ਕਿ ਜਪਜੀ ਸਾਹਿਬ ਦੇ ਜਿਹੜੇ ਜਿੱਥੇ ਜਾ ਕੇ ਖੰਡਾਂ ਦਾ ਵਰਣਨ ਹੈ, ਉਸ ਦੇ ਵਿੱਚ ਇੱਕ ਲਾਈਨ ਆਉਂਦੀ ਹੈ, ਤਿੱਥੇ ਲੋਏ ਲੋਏ ਆਕਾਰ। ਹੁਣ ਜਿੱਥੇ ਲੋਏ ਲੋਏ ਆਕਾਰ ਤੁਰੀਆ ਅਵਸਥਾ ਦਾ ਵਰਣਨ ਹੈਗਾ। ਜੇ ਆਪਾਂ ਇਸ ਨੂੰ
ਪੁਰਾਤਨ ਸੰਸਕ੍ਰਿਤ ਦੇ ਵਿੱਚ ਜਿਹੜਾ ਜਾਂ ਇੰਡੀਅਨ ਸਿਸਟਮ ਦੇ ਵਿੱਚ ਹਾਂਜੀ ਜਿਹੜਾ ਇਹਦੀ ਅਧਿਆਤਮਕਤਾ ਦੇ ਵਿੱਚ ਇਸ ਨੂੰ ਰੇਖਣ ਕਰਦੇ ਹਾਂ ਹਾਂਜੀ ਤਿੱਥੇ ਲੋਏ ਲੋਏ ਆਕਾਰ ਦਾ ਮਤਲਬ ਹੈਗਾ ਹੈ ਕਿ ਸਰੀਰਕ ਹੋਂਦ ਇੰਨੀ ਮਹੀਨ ਹੋ ਜਾਂਦੀ ਹੈ ਹਾਂਜੀ ਕਿ ਬਾਡੀ ਜਿਹੜੀ ਹੈਗੀ ਉਹ ਸਥੂਲ ਨਹੀਂ ਰਹਿੰਦੀ, ਠੀਕ ਹੈ ਸੂਖਸ਼ਮਤਾ ਦੀ ਉਸ ਨੂੰ ਪਹੁੰਚਦੀ ਹੈ ਕਿ ਉਸ ਦੇ ਵਿੱਚ ਵੀ ਦਿਖ ਵੀ ਸਕਦਾ, ਪਰ ਉਹ ਰੂਪ ਹੁੰਦਾ ਜਿੱਥੇ ਲੋਏ ਆਕਾਰ, ਠੀਕ ਹੈ eternally growing consciousness ਜਿਹੜੀ ਗਲੋ ਹੈ ਜੀ ਉਹਨਾਂ ਆਕਾਰਾਂ ਦੀ ਇਹ ਹੈਗੀ। ਉੱਥੇ ਜਦੋਂ ਪਹੁੰਚਦੇ ਹਾਂ ਜੀ ਇਹਦੇ ਵਿੱਚ ਆਪਾਂ ਸੂਫੀ ਫਕੀਰ ਨੇ ਜਿਹੜੇ ਖਾਸ ਤੌਰ ਤੇ ਮਾਮਡਨਸ ਨੇ ਜਿਹੜੇ ਆਪਣੇ ਆਉਂਦੇ ਹੈਗੇ ਉਸ ਜਗਤ ਤੋਂ ਦੂਸਰੇ ਜਗਤ ਤੋਂ ਜਿਨ੍ਹਾਂ ਨੇ ਮੁਰਸ਼ਦ ਦਾ ਕੀਤਾ ਤੇ ਉਹਨਾਂ ਨੂੰ ਯਾਦ ਕਰਦੇ ਜੀ ਗੁਰੂ ਨੂੰ ਮੰਨਦੇ ਤੇ ਉਹ ਆਪਣੇ ਵੱਖਰੇ ਤਰੀਕੇ ਨਾਲ ਖਾਸ ਤੌਰ ਤੇ ਇਹਨਾਂ ਮੁਸਲਿਮ ਕੰਟਰੀਜ਼ ਅਰਬ ਕੰਟਰੀਜ਼ ਦੇ ਵਿੱਚ ਹੋਇਆ। ਇੰਡੀਆ ਦੇ ਵਿੱਚ ਆਪਾਂ ਨੂੰ ਸੁਲਤਾਨ ਬਾਹੂ ਬਹੁਤ ਯਾਦ ਆਉਂਦਾ। ਹਾਂ ਉਹਨਾਂ ਦੇ ਵਿੱਚੋਂ ਉਹਨਾਂ ਵਿੱਚ ਕਨਸੈਪਟ ਹੈਗਾ ਵਹਦਤ ਦਾ ਜੇ ਸਿੱਧਾ ਜਿਹਾ ਅਰਥ ਕਰੀਏ ਤਾਂ ਉਸ ਨੂੰ ਇਕਮਿਕਤਾ ਕਹਿੰਦੇ ਆ। ਠੀਕ ਹੈ ਤੇ ਜਿਹੜੀ ਇਸ ਦੀ ਵਿਆਖਿਆ ਹੁੰਦੀ ਹੈ ਉਹ ਹੈਗਾ ਇਹ ਕਿ ਜਦੋਂ ਬੰਦਾ ਸਾਧਕ ਮਤਲਬ ਹਾਂਜੀ ਜਾਗਰਤ ਅਵਸਥਾ ਨੂੰ ਕ੍ਰਾਸ ਕਰਦਾ ਹੈ ਜੀ ਤੇ ਅਗਲੀ ਜਿਹੜੀ ਉਹਦੀ ਹੈਗੀ ਤੁਰੀਆ ਅਵਸਥਾ ਜੀ ਉਸ ਨੂੰ ਅਪਰੋਚ ਕਰਨ ਦੇ ਦਰਮਿਆਨ ਚ ਹੁੰਦਾ ਹੈ। ਵਹਦ ਦਾ ਜਿਹੜਾ ਹੈਗਾ ਜ਼ਿਕਰ ਉਹ ਉਸ ਜਗ੍ਹਾ ਨੂੰ ਕਹਿੰਦੇ ਆ। ਠੀਕ ਹੈ ਇਹਦੇ ਵਿੱਚ ਜੇ ਆਪਾਂ ਇਸ ਨੂੰ ਕੈਨੇਡਾ ਦੇ ਵਿੱਚ ਪੀਏ ਤਾਂ ਉਸ ਨੂੰ ਵਹਦਤ ਨੂੰ ਆਪਾਂ ਕਹਾਂਗੇ fullness of aesthetic rapture in which the sense of difference has disappeared. Rapture ਆਨੰਦ ਦੀ ਅਵਸਥਾ ਹੁੰਦੀ ਹੈ ਠੀਕ ਹੈ ਤੇ ਇਹਨੂੰ ਉਹ ਇਸ ਤਰ੍ਹਾਂ ਕਰਦੇ ਨੇ। ਇਹਦੇ ਵਿੱਚ ਆਪਾਂ ਨੂੰ ਮੰਨ ਕੇ ਚੱਲਣਾ ਚਾਹੀਦਾ ਕਿ ਇਸ ਵੇਲੇ ਜੇ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਹਾਂ ਕਿਉਂਕਿ ਆਪਾਂ ਦ੍ਰਿਸ਼ਟੀਮਾਨ ਜਗਤ 'ਚ ਰਹਿੰਦੇ ਹਾਂ ਤੇ ਆਪਾਂ ਬਾਹਰਲੇ ਰੂਪ ਤੋਂ ਹੀ ਅੰਦਰ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਉਨੀ ਪਰਮਾਤਮਾ ਜੀ ਦੀ ਪਕੜ ਕਿਸੇ ਨੂੰ ਵੀ ਹੋ ਨਹੀਂ ਸਕਦੀ। ਤੇ ਜਦੋਂ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਬੰਦੇ ਦੇ ਸੁਭਾਅ ਦੇ ਵਿੱਚ ਪਰਿਵਰਤਨ ਹੁੰਦਾ। ਜਿਹੜਾ ਬੰਦਾ ਇਸ ਸਥਿਤੀ ਨੂੰ ਪਹੁੰਚੂਗਾ ਹਾਂਜੀ ਬੰਦਾ ਮੀਨਸ ਫਕੀਰ, ਠੀਕ ਹੈ ਉਹਦੇ ਹਾਵ ਭਾਵ ਜਿਹੜੇ ਆ ਬਿਲਕੁਲ ਹੀ ਨਿਵੇਕਲੇ ਹੋ ਜਾਂਦੇ ਆ। ਉਹਦਾ ਹਰ ਇੱਕ ਚੀਜ਼ ਬੜੀ ਸੂਖਸ਼ਮ ਹੋ ਜਾਂਦੀ ਹੈ, ਸਰਲ ਹੋ ਜਾਂਦੀ ਹੈ। ਤੇ ਇੰਗਲਿਸ਼ ਇੱਕ ਲਫ਼ਜ਼ ਨਾ ਐਸਥੈਟਿਕਸ ਉਹਦੇ ਬਿਹੇਵੀਅਰ ਦੇ ਵਿੱਚ ਨਾ ਐਂਟਰ ਕਰ ਜਾਂਦੇ ਆ। ਉਹ ਆਪਾਂ ਗੁਰਬਾਣੀ 'ਚ ਜਾ ਸਕਦੇ ਹਾਂ। ਤਾਂ ਇਹ ਕਹਿੰਦੇ ਨੇ ਕਿ ਭਗਤਾਂ ਦੀ ਭਗਤਾਂ ਕੀ ਚਾਲ ਨਿਰਾਲੀ, ਹਾਂਜੀ ਚਾਲ ਨਿਰਾਲੀ ਭਗਤਾਂ ਕੀਰੀ ਜੀ ਵੇਖੋ ਮਾਰਨ ਚੱਲਣਾ। ਜੀ ਭਗਤਾਂ ਕੀ ਚਾਲ ਨਿਰਾਲੀ, ਭਗਤਾਂ ਦਾ ਇੱਥੇ ਲਫ਼ਜ਼ ਹੈਗਾ ਜਿਹੜੇ ਵਹਦਤ ਨੂੰ ਪਹੁੰਚੇ ਹੋਏ ਲੋਕ ਨੇ। ਹਾਂਜੀ ਚਾਲ ਨਿਰਾਲੀ ਭਗਤਾਂ ਕੀਰੀ, ਉਹ ਚਾਲ ਕਹਿ ਹੁੰਦੀ ਹੈ ਕਿਉਂਕਿ ਉਹਨਾਂ ਨੇ ਵਿਖਮ ਮਾਰਗ ਚੱਲਣਾ। ਜੀ ਸੰਸਾਰ ਦੇ ਆਲਰੇਡੀ ਬਣੇ ਹੋਏ ਰਾਹਾਂ ਤੇ ਨਹੀਂ ਤੁਰਦੇ, ਉਹ ਆਪਣੇ ਰਾਹ ਕ੍ਰੀਏਟ ਕਰਦੇ ਆ। ਜੀ ਉਹਨਾਂ ਦੀ ਇਹ ਗੱਲ ਹੈਗੀ ਜਿਹੜੀ ਹੈਗੀ ਇਹ ਕਿ ਇੱਕ ਗੱਲ ਹੋਰ ਆਪਾਂ ਇਹਨਾਂ ਨੂੰ ਕਰ ਸਕਦੇ ਹਾਂ। ਹਾਂਜੀ ਜੇ ਆਪਾਂ ਵਾਚਨੇ ਹੋਵੇ ਤਾਂ ਆਪਾਂ ਸਾਰੇ ਜਿਹੜੇ ਹੈਗੇ ਸ਼ਹਿਰਾਂ ਦੇ ਰਹਿਣ ਵਾਲੇ ਹਾਂਜੀ ਇਹਨਾਂ ਨੂੰ ਅੱਜ ਕੱਲ੍ਹ ਕੰਕਰੀਟ ਦੇ ਜੰਗਲ ਕਿਹਾ ਜਾਂਦਾ। ਹਾਂਜੀ ਵੱਡੀਆਂ ਬਿਲਡਿੰਗਾਂ ਵਾਲਿਆਂ ਨੂੰ ਸਾਰੇ ਜਿਹੜੇ ਹੈਗੇ ਹਾਂਜੀ ਇਹਨੂੰ ਕੰਕਰੀਟ ਦਾ ਜੰਗਲ ਕਹਿੰਦੇ ਆ। ਹਾਂਜੀ ਜਿਹੜਾ ਇਸ ਅਵਸਥਾ ਨੂੰ ਪਹੁੰਚਿਆ ਉਹ ਇਸ ਕੰਕਰੀਟ ਦੇ ਜੰਗਲ ਤੋਂ ਕਿਨਾਰਾ ਕਰਨ ਦੀ ਕੋਸ਼ਿਸ਼ ਕਰੂ ਤੇ ਉਹ ਜਿਹੜਾ ਅਸਲੀ ਜੰਗਲ ਹਾਂਜੀ ਕੁਦਰਤੀ ਜੰਗਲ ਹੈ, ਪ੍ਰਕਿਰਤੀ ਜਿਹੜੀ ਹੈਗੀ ਹਾਂਜੀ ਉਹਨੂੰ ਉਹਦੇ ਵਿੱਚ ਜਾਂਦਾ ਹੈ ਤੇ ਆਪਣੇ ਆਪ ਨੂੰ ਉਹਦਾ ਅੰਗ ਬਣਾਉਂਦਾ ਹੈ ਤੇ ਉਹ ਤੋਂ ਆਪਣਾ ਸਵੈ ਅਨੁਭਵ ਲੈਂਦਾ ਹੈ। ਠੀਕ ਫਿਰ ਆਪਾਂ ਗੁਰਬਾਣੀ ਵੱਲ ਬਲਿਹਾਰੀ ਕੁਦਰਤ ਵਸਿਆ। ਜੀ ਬਲਿਹਾਰੀ ਜੋ ਹੈ ਹਾਂਜੀ। ਜਿਹਦੇ ਸਜਾਈਏ ਬਲਿਹਾਰੀ ਉਹ ਕੁਦਰਤ ਵਸਿਆ, ਮਤਲਬ ਉਹਦੀ ਪ੍ਰੈਜ਼ੈਂਸ ਹੈਗੀ ਸਾਰੀ ਨੇਚਰ ਦੇ ਵਿੱਚ। ਜੀ
ਇੱਥੇ ਆਪਾਂ ਫਿਰ ਆਪਣੇ ਜਿਹਨੂੰ ਲੋਕ ਵਿਰੋਧੀ ਮੰਨਦੇ ਆ, ਹਾਂਜੀ ਸਭ ਤੋਂ ਵੱਡੇ ਸਦੀ ਦੇ ਸਾਇੰਸਦਾਨ ਆਇਨਸਟਾਈਨ ਨੂੰ ਹਾਂਜੀ ਆਪਾਂ ਆਇਨਸਟਾਈਨ ਦੀ ਇੱਕ ਲਾਈਨ ਇੱਥੇ ਯਾਦ ਕਰਦੇ ਹਾਂ। ਹਾਂਜੀ ਤੇ ਜੇ ਤੁਸੀਂ ਉਹਨੂੰ ਚੰਗੀ ਤਰ੍ਹਾਂ ਪੜ੍ਹੋਗੇ ਤਾਂ ਉਹਦੀਆਂ ਦੋ ਟੂਕਾਂ ਜ਼ਰੂਰ ਪੜ੍ਹ ਲਿਓ। ਇੱਕ ਤਾਂ ਉਹ ਕਹਿੰਦਾ ਕਿ ਆਈ ਬਿਲੀਵ ਇਨ ਇੰਟੂਇਸ਼ਨਸ ਐਂਡ ਇਨਸਪੀਰੇਸ਼ਨਸ। ਇੰਟੂਇਸ਼ਨ ਵਾਲੀ ਗੱਲ ਹੈ ਜਿਹੜੀ, ਇਹ ਅਧਿਆਤਮ ਦੀ ਗੱਲ ਹੈ, ਹਾਂਜੀ ਸੂਖਸ਼ਮਤਾ ਦੀ ਗੱਲ ਹੈ, ਸਾਇੰਸ ਦੀ ਨਹੀਂ ਹੈ, ਲੌਜੀਕਲ ਥਿੰਕਿੰਗ ਦੀ ਨਹੀਂ ਹੈ। ਇਹ ਸੋ ਕਾਲਡ ਸੈਂਸਰ ਵਾਲੀ ਨਹੀਂ, ਕਿਉਂਕਿ ਉਹ ਜਿੱਥੇ ਸੈਂਸਰ ਬੈਠਾ ਉਹ ਇਮੈਜੀਨੇਟਿਵ ਸਿਸਟਮ ਦੇ ਉੱਤੇ ਬੈਠਾ ਹੈ। ਠੀਕ ਤੇ ਇੱਕ ਉਹਨੇ ਜਿਹੜੀ ਗੱਲ ਆਪਾਂ ਉੱਪਰ ਕਹੀ ਹੈ ਵਿਦਿਆਰਥੀ ਕੁਦਰਤ ਵਸਿਆ ਵਾਲੀ, ਹਾਂਜੀ ਉਹਦੇ ਵਿੱਚ ਉਹ ਕਹਿੰਦਾ ਕਿ ਲੁੱਕ ਡੀਪ ਇਨਟੂ ਨੇਚਰ, ਜਾਓ ਤੇ ਉਹਦੇ ਵਿੱਚ ਆਤੀ ਮਾਓ, ਇੱਕ ਉਹਦਾ ਇੱਕ ਸੁਰ ਹੋ ਕੇ, ਐਂਡ ਦੈਨ ਯੂ ਵਿਲ ਅੰਡਰਸਟੈਂਡ ਐਵਰੀਥਿੰਗ ਬੈਟਰ। ਜਦੋਂ ਤੁਸੀਂ ਜਾਓਗੇ ਹਾਂਜੀ। ਤਾਂ ਤੁਹਾਡੀ ਜਿਹੜੀ ਸਮਝ ਹੈਗੀ ਤੇ ਪਹਿਲਾਂ ਦੇ ਨਾਲੋਂ ਚੰਗੇਰੀ ਹੋ ਜੂ। ਇਹਦਾ ਮਤਲਬ ਹੈ ਕਿ ਤੁਸੀਂ ਇੱਕ ਡਿਫਰੈਂਟ ਐਸਪੈਕਟ ਤੋਂ ਵੀ ਹਾਂਜੀ। ਉਸ ਨੂੰ ਦੇਖਣ ਦੀ ਕੋਸ਼ਿਸ਼ ਕਰੋਗੇ। ਤੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੀ ਪਰਸਨਲ ਲਾਈਫ ਹੁੰਦੀ ਹੈ, ਹਾਂਜੀ ਉਹਦੇ ਵਿੱਚ ਵੀ ਕੋਈ ਵਖਰੇਵਾਂ ਹੁੰਦਾ ਹੈ। ਕਿਉਂਕਿ ਜਦੋਂ ਬੰਦਾ ਮਿਸਟਿਸਿਜ਼ਮ ਵੱਲ ਜਾਂਦਾ ਹੈ ਹਾਂਜੀ ਤਾਂ ਉਹਦੀ ਸਾਰੇ ਬਿਹੇਵੀਅਰ ਹੀ ਮਿਸਟੀਰੀਅਸ ਹੋ ਜਾਂਦਾ। ਸਭ ਤੋਂ ਕੁਝ ਵੱਖਰਾ, ਸਭ ਤੋਂ ਕੁਝ ਲੁਕਮਾ, ਸਭ ਤੋਂ ਕੁਝ ਓਪਰਾ ਜਿਹਾ ਹੋ ਜਾਂਦਾ। ਠੀਕ ਇਹਦੇ ਤੇ ਇੱਕ ਲਾਈਨ ਬੜੀ ਇੰਪੋਰਟੈਂਟ ਹੈ, ਉਹ ਹੈ ਕਿ ਭੋਜਨ, ਭਜਨ, ਵਿਦਿਆ ਔਰ ਨਾਰੀ। ਠੀਕ ਇਹ ਆਪਾਂ ਇੱਕ ਸ਼ਲੋਕ ਨੂੰ ਪਿਛਲੇ ਮੱਧਕਾਲ ਦੇ ਸ਼ਲੋਕ ਨੂੰ ਹਾਂਜੀ ਥੋੜਾ ਜਿਹਾ ਬਦਲ ਕੇ ਲੈਂਦੇ ਹਾਂ, ਹਾਂਜੀ ਬਿਲਕੁਲ ਹੀ ਬਦਲ ਕੇ ਲੈਂਦੇ ਹਾਂ। ਭੋਜਨ, ਭਜਨ, ਵਿਦਿਆ ਔਰ ਨਾਰੀ, ਇਹ ਸਭ ਪਰਦੇ ਕੇਦ ਕਰ। ਠੀਕ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਠੀਕ ਪਰਦੇ ਇੱਕ ਰੱਖਣੀਆਂ ਪੈਂਦੀਆਂ ਨੇ। ਕਿਉਂਕਿ ਫਿਰ ਆਪਾਂ ਆਇਨਸਟਾਈਨ ਦੀ ਇੱਕ ਗੱਲ ਹੋਰ ਲੈ ਲਈਏ। ਹਾਂਜੀ ਉਹ ਕਹਿੰਦਾ ਇਫ ਯੂ ਵਾਂਟ ਟੂ ਲਿਵ ਏ ਸਪਿਰਚੁਅਲ ਲਾਈਫ, ਹਾਂਜੀ ਟਾਈ ਇਟ ਟੂ ਏ ਗੋਲ, ਨਿਸ਼ਾਨਾ ਰੱਖੋ, ਨਾਟ ਟੂ ਪੀਪਲ ਔਰ ਥਿੰਗਸ। ਠੀਕ ਕਿ ਸਾਧਕ ਜਦੋਂ ਜਾਗਰਿਤ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ, ਤਾਂ ਉਸ ਨੂੰ ਜਗਤ ਜਲੰਦੇ ਦੀ ਪੂਰੀ ਸਮਝ ਆ ਜਾਂਦੀ ਹੈ। ਉਹ ਆਪਣੇ ਅਨੁਭਵ ਨਾਲ ਜਿਹੜੀ ਬੇਤਰਨੀ ਨਦੀ ਨੂੰ ਪਾਰ ਕਰਨ ਲੱਗਦਾ ਹੈ, ਉਸ ਸੰਬੰਧੀ ਕੀ ਹਾਲਾਤ ਹੁੰਦੇ ਹਨ ਤੇ ਕਿਸ ਗੁਰ ਗਿਆਨ ਨਾਲ ਉਹਦਾ ਸਫ਼ਰ ਆਸਾਨ ਹੋ ਸਕਦਾ ਹੈਗਾ, ਇਸ ਤੇ ਚਾਨਣਾ ਪਾਓ। ਜੇ ਉਹਦੀ ਥੋੜੀ ਜਿਹੀ ਪਹਿਚਾਣ ਆਪੇ ਕਰਨੀ ਹੋਵੇ ਤਾਂ ਇੱਕ ਤਰੀਕਾ ਹੈ ਕਿ ਜਾਗਰਤ ਅਵਸਥਾ ਨੂੰ ਪ੍ਰਾਪਤ ਤੇ ਤੁਰੀਆ ਅਵਸਥਾ ਨੂੰ ਪਹੁੰਚਿਆ ਹੋਇਆ ਜੋ ਸਾਧਕ ਹੈਗਾ, ਉਹ ਆਸ਼ੀਰਵਾਦ ਤੇ ਆਸ਼ੀਰਵਾਦ ਦੇ ਦਿੰਦਾ, ਫਤਿਹ ਫਤਿਹ ਦੀਆਂ ਗੱਲਾਂ ਕਰਦਾ, ਠੀਕ ਹੈ ਚੰਗੇ ਚੰਗੇ ਦੀਆਂ ਗੱਲਾਂ ਕਰਦਾ। ਉਹ ਕਦੇ ਵੀ ਸ਼ਰਾਪ ਨਹੀਂ ਦਿੰਦਾ। ਠੀਕ ਹੈ ਇਹ ਉਹਦਾ ਇੱਕ ਨਿਸ਼ਾਨੀ ਹੈ ਕਿ ਜਿਹਦੀ ਜ਼ੁਬਾਨ ਦੇ ਵਿੱਚੋਂ ਕਿਸੇ ਦੇ ਵਿਰੋਧ ਦੇ ਵਿੱਚ ਕੁਝ ਨਿਕਲ ਗਿਆ, ਹਾਂਜੀ ਜਾਂ ਜੇ ਉਸਨੇ ਕਿਸੇ ਨੂੰ ਮੰਦਾ ਚੰਗਾ ਕਹਿਤਾ, ਜੇ ਸ਼ਰਾਪ ਦੇਤਾ, ਇਹਦਾ ਮਤਲਬ ਉਹ ਪਹੁੰਚਿਆ ਨਹੀਂ। ਠੀਕ ਹੈ ਇਹ ਮੰਨ ਕੇ ਚੱਲਣਾ ਚਾਹੀਦਾ। ਇੱਕ ਇਹਦੇ 'ਚ ਟੂਕ ਜਿਹੜੀ ਹੈਗੀ ਸਹਿਜਧਾਰਾ ਵਾਲਿਆਂ ਦੀ, ਉਹ ਵੀ ਧਿਆਨ ਨਾਲ ਰੱਖਿਓ। ਮੈਂ ਲਫ਼ਜ਼ ਹੀ ਪੜ੍ਹ ਦਿੰਦਾ। ਹਾਂਜੀ ਉਹ ਕਹਿੰਦੇ ਕਿ ਸਾਧਕ ਪ੍ਰਕਿਰਤੀ ਵਿੱਚ ਪ੍ਰਗਤੀਸ਼ੀਲਤਾ ਨੂੰ ਸਮਝਦਾ ਹੈ। ਜਿਹੜਾ ਸਿਸਟਮ ਦੇ ਵਿੱਚ ਸੂਰੀ ਸਾਰੀ ਪ੍ਰਕਿਰਤੀ ਦੇ ਵਿੱਚ, ਸਾਡੀ ਕੁਦਰਤ ਦੇ ਵਿੱਚ, ਸਾਡੇ ਆਪਣੇ ਅੰਦਰ ਦੀ ਕੁਦਰਤ ਦੇ ਵਿੱਚ, ਸੁਭਾਵਾਂ ਦੇ ਵਿੱਚ ਤੇ ਸਾਰੇ ਜਗਤ ਦੇ ਵਿੱਚ ਇੱਕ ਅਗਾਂਹ ਨੂੰ ਵਧਣ ਵਾਲੀ ਜਿਹੜੀ ਚੀਜ਼ ਹੈਗੀ, ਐਵੋਲੂਸ਼ਨਰੀ ਜਿਹੜੀ ਉਹਦੀ ਅਰਜ਼ ਹੈਗੀ, ਉਹ ਉਸ ਨੂੰ ਸਮਝਦਾ ਹੈ ਤੇ ਉਹਦੇ ਵਿੱਚ ਉਹਨੂੰ ਪਕੜ ਹੁੰਦੀ ਹੈ। ਇਹ ਆਪਾਂ ਦਾ ਡਿਵਾਈਨ ਲਾਅ ਆਫ ਐਵੋਲੂਸ਼ਨ ਦੇ ਵਿੱਚ ਡਿਸਕਸ ਕੀਤਾ। ਠੀਕ ਉਹ ਦੇਖ ਲੈਣਾ ਚਾਹੀਦਾ। ਇੱਕ ਪਿੱਛੇ ਆਪਾਂ ਗੱਲ ਕੀਤੀ ਸੀਗੀ, ਗੁਰਬਾਣੀ ਚੋਂ ਹੀ ਲਿਆ ਸੀ, ਉਹ ਸੀ ਅਗਾਂਹ ਕੁਤਰਾਮ। ਹਾਂਜੀ ਉਹ ਵੀ ਇਸ ਟਿੰਜ ਦੀ ਗੱਲ ਸੀ। ਜੋ ਆਪਾਂ ਉਹ ਸ਼ਲੋਕ ਨੂੰ ਪੜ੍ਹਦੇ ਹਾਂ, ਉਹ ਹੈਗਾ ਕਿ ਅਗਾਂਹ ਕੁਤਰਾਂਗ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਜ ਐਵੇਈ ਵਾਰ ਬਹੁਰ ਨਾ ਹੋਵੀ ਜਨਮੜਾ। ਉਹ ਕਹਿੰਦੇ ਕਿ ਅੱਗੇ ਨੂੰ ਤੁਰ, ਪਿੱਛਾ ਫੇਰ ਨਾ ਮੋੜੜਾ, ਪਿੱਛੇ ਨਾ ਮੁੜੀ ਮੇਰਾ ਤੂੰ, ਠੀਕ ਅੱਗੇ ਅੱਗੇ ਚੱਲ,
ਕਿਉਂਕਿ ਨਾਨਕ ਸਿੰਘ ਇਹ ਵਾਰ ਸਾਰੀ ਗੱਲ ਨੂੰ ਇਸ ਵਾਰ ਹੀ ਨਿਬੇੜਦੇ ਅਸੀਂ ਜਨਮ ਦੇ ਵਿੱਚ, ਕਿਉਂਕਿ ਬਹੁੜ ਨਾ ਹੋਵੇ ਜਨਮੜਾ, ਬਾਰ-ਬਾਰ ਜਨਮ ਨਹੀਂ ਮਿਲਣੇ। ਠੀਕ। ਤੇ ਸੁਲਤਾਨ ਬਾਹੂ ਫਿਰ ਆਪਾਂ ਸੂਫੀ ਆ ਗਏ ਸੇਂਟ ਆਪਣਾ, ਹਾਂਜੀ। ਉਹ ਵੀ ਇਸ ਮੰਜ਼ਰ ਨੂੰ ਇੱਕ ਆਪਣੇ ਵੱਖਰੇ ਤਰੀਕੇ ਨਾਲ ਕਹਿੰਦਾ। ਉਹ ਕਹਿੰਦਾ ਕਿ ਸਾਬਤ ਸਿਦਕ ਤੇ ਕਦਮ ਅਗੇਰੇ, ਉਹ ਤੁਹਾਡਾ ਜਿਹੜਾ ਵਿਸ਼ਵਾਸ ਹੈ ਉਸ ਦੇ ਉੱਤੇ ਸਾਬਤ ਹੋਵੇ, ਪੂਰਾ ਹੋਵੇ, ਜਿਹੜਾ ਛੇੜਿਆ ਨਹੀਂ ਜਾ ਸਕਦਾ। ਸਾਬਤ ਸਿਦਕ ਤੇ ਕਦਮ ਅਗੇਰੇ, ਜਦੋਂ ਤੁਸੀਂ ਇਸ ਰਾਹ ਤੇ ਤੁਰੇ ਹੋ ਤਾਂ ਪਿੱਛੇ ਮੁੜ ਕੇ ਨਹੀਂ ਦੇਖਣਾ। ਜਿਵੇਂ ਆਪਣੇ ਗੁਰੂ ਮਹਾਰਾਜ ਨੇ ਵੀ ਆਪਾਂ ਨੂੰ ਦੀ ਸਿੱਖਿਆ ਦਿੱਤੀ, ਜਿਹੜੀ ਆਪਾਂ ਕਰਕੇ ਹਟੇ ਹਾਂ, ਕਹਿੰਦੇ ਕਿ ਤੇ ਕਦਮ ਅਗੇਰੇ ਤਾਂ ਹੀ ਰੱਬ ਲਵੀਰੇ ਹੋ। ਰੱਬ ਲਵੀਰੇ, ਰੱਬ ਨੂੰ ਲੱਭਣ ਤੇ ਤੁਰਿਆ ਦਾ ਮਤਲਬ ਜੇ ਤੂੰ ਚਾਹੁੰਦਾ ਕਿ ਤੂੰ ਉੱਚੀਆਂ ਮੰਜ਼ਿਲਾਂ ਅਧਿਆਤਮ ਦੀ ਸਰ ਕਰ ਲਵੇਂ ਤਾਂ ਤੈਨੂੰ ਇਹ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਮੰਨਣੀਆਂ ਚਾਹੀਦੀਆਂ। ਇੱਕ ਗੱਲ ਜਿਹੜੀ ਸਹਿਜਧਾਰਾ ਇਸ ਦੇ ਵਿੱਚ ਸਥਾਪਿਤ ਕਰਦੀ ਹੈ, ਇਸ ਸਥਿਤੀ ਨੂੰ ਅਸੀਂ ਡਿਜ਼ਾਇਰਲੈਸਨੈਸ ਦੀ ਸਟੇਟ ਮੰਨਦੇ। ਜਿਹੜਾ ਸਹਿਜਧਾਰਾ ਦਾ ਆਪਣਾ ਵਿਸ਼ਵਾਸ ਹੈ ਵੀ ਇਸ ਸਥਿਤੀ ਨੂੰ ਜਿਹਨੂੰ ਇਸ ਜਾਗਰਤੀ ਤੋਂ ਬਾਅਦ ਦੀ ਆਪਾਂ ਤੁਰੀ ਅਵਸਥਾ ਨੂੰ ਕਹਿੰਦੇ ਸੀ, ਉਸ ਨੂੰ ਅਸੀਂ ਇੱਕ ਲਫ਼ਜ਼ ਦਿੱਤਾ ਹੈ, ਡਿਜ਼ਾਇਰਲੈਸਨੈਸ। ਤੇ ਡਿਜ਼ਾਇਰਲੈਸਨੈਸ ਦਾ ਮਤਲਬ ਹੈਗਾ ਜਿੱਥੇ ਅਸੀਂ ਸ਼ੂਨਯਤਾ ਵੱਲ ਨੂੰ ਪਹੁੰਚ ਜਾਂਦੇ। ਇਹਦੇ ਵਿੱਚ ਜਾ ਕੇ ਜੇ ਤੁਸੀਂ ਦੇਖੋਗੇ ਤਾਂ ਜਦੋਂ ਬੁੱਧ ਦੁੱਖ ਦੀ ਗੱਲ ਕਰਦਾ ਹੈ ਤਾਂ ਜਦੋਂ ਉਹਦਾ ਪੁੱਛਿਆ ਜਾਂਦਾ ਕਿ ਦੁੱਖ ਦਾ ਕਾਰਨ ਕੀ ਹੈ, ਤਾਂ ਉਹਦਾ ਕਾਰਨ ਡਿਜ਼ਾਇਰ ਹੈ ਜਿਹੜੀ ਉਹ ਕਹਿੰਦਾ। ਤੇ ਇਹ ਗੱਲ ਸਾਨੂੰ ਇਸ ਤਰੀਕੇ ਦੇ ਨਾਲ ਜਿਹੜੀ ਹੈਗੀ ਨਾ ਲੈ ਲੈਣੀ ਚਾਹੀਦੀ ਹੈ। ਤਾਂ ਇਹ ਡਿਜ਼ਾਇਰਲੈਸਨੈਸ ਦੀ ਸਟੇਟ ਜਿਹੜੀ ਹੈਗੀ, ਇਹਨੂੰ ਤੁਰੀਆ ਅਵਸਥਾ ਵਿੱਚ ਟਿਕਾਊ ਸਾਡੇ ਲਈ ਹੁੰਦਾ ਤੇ ਇਹਦੀ ਤੇ ਸਾਨੂੰ ਟਿਕ ਜਾਣਾ ਚਾਹੀਦਾ। ਇੱਕ ਦੁਨੀਆਦਾਰੀ ਦੀ ਜਿਹੜੀ ਮੋਹ ਮਾਇਆ ਤੋਂ ਵਿਰਕਤ ਹੋ ਚੁੱਕੇ ਸਾਧਕ ਲਈ ਕੀ ਉਪਦੇਸ਼ ਹੈ, ਜਿਸ ਨੇ ਤੁਰੀ ਅਵਸਥਾ ਦਾ ਪੜਾਅ ਪਾਰ ਕਰ ਲਿਆ ਹੈ ਅਤੇ ਤੁਰਿਆਤੀਤ ਦੀ ਅਵਸਥਾ ਉਸ ਦਾ ਆਖਰੀ ਸਫ਼ਰ ਹੈ। ਤੇ ਇਹ ਵੀ ਦੱਸੋ ਜੀ, ਗੁਰੂ ਕਿਰਪਾ ਨਾਲ ਪ੍ਰਭੂ ਕਿਰਪਾ ਕਿਵੇਂ ਪ੍ਰਾਪਤ ਹੁੰਦੀ ਹੈ? ਇਹ ਗੱਲਾਂ ਤਾਂ ਤੁਸੀਂ ਹੁਣ ਸਾਰੀਆਂ ਪੂਰੀਆਂ ਕਰ ਲਈਆਂ। ਹੁਣ ਗੱਲ ਜਿਹੜੀ ਹੈਗੀ ਕਿ ਨਾਨਕ ਹਰ ਪ੍ਰਭ ਆਪੇ ਮੇਲੇ ਦੀ ਆਪਾਂ ਗੱਲ ਕੀਤੀ ਹੈ। ਤੇ ਹੁਣ ਤੁਸੀਂ ਦੋ ਲਫ਼ਜ਼ ਯਾਦ ਰੱਖੋ ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀ ਕਹੇ ਸੀ, ਇੱਕ ਵਿਲੈ ਤੇ ਅਨੁਗ੍ਰਹਿ। ਠੀਕ ਹੈ। ਉਹ ਇੱਕ ਤਰੀਕੇ ਦੇ ਨਾਲ ਹੈਗਾ ਤੇ ਦੂਸਰੇ ਤਰੀਕੇ ਨਾਲ ਤੁਰੀਆਤੀਤ ਦੀ ਅਵਸਥਾ। ਇਹਦੇ ਤੇ ਸਹਿਜਧਾਰਾ ਇਹ ਹੈਗਾ, ਉਹ ਕਹਿੰਦੇ ਕਿ ਇਸ ਸਥਿਤੀ ਦੇ ਵਿੱਚ the experienced merges into the existence। ਇਹ ਜਿਹੜੀ ਤੀਜੀ, ਚੌਥੀ ਤੇ ਪੰਜਵੀਂ ਹੈਗੀ, ਇਹਦੇ ਵਿੱਚ ਇਹ ਮਰਜਰ ਦੀ ਸਟੇਜ ਹੈ, ਜਿਹਨੂੰ ਅਸੀਂ ਮਰਜਰ ਦੀ ਸਟੇਜ ਸੱਚ ਕਹਿੰਦੇ ਹਾਂ। ਜਿਉਂ ਜਲ ਮੈਂ ਜਲ ਜਾਏ ਘਟਾਨਾ ਤੇ ਜੋਤੀ ਸੰਜੋਤ ਸਮਾਨਾ ਵਾਲੀ ਜਿਹੜੀ ਗੱਲ ਹੈਗੀ ਜਿਹੜੀ ਗੁਰਬਾਣੀ 'ਚ ਹੈਗੀ, ਜਿਉਂ ਜਲ ਮੈਂ ਜਲ ਜਾਏ ਘਟਾਨਾ ਤਿਉਂ ਜੋਤੀ ਸੰਜੋਤ ਸਮਾਨਾ। ਇਸੇ ਤਰ੍ਹਾਂ ਵੱਡੀ ਜੋਤ ਦੇ ਵਿੱਚ ਸਾਡੀ ਆਤਮਾ ਦੀ ਜੋਤ ਦੇ ਸਮਾ ਜਾਣ ਦੀ ਗੱਲ ਹੁੰਦੀ ਹੈ। ਇਹ ਗੱਲ ਆਪਾਂ ਕਰ ਤਾਂ ਲਈ, ਪਰ ਇਹ ਗੱਲ ਵੱਡੀ ਆਪਾਂ ਤੋਂ, ਤੇ ਆਪਾਂ ਇਸ ਗੱਲ ਤੱਕ ਕਿਵੇਂ ਪਹੁੰਚੇ? ਇਹਦਾ ਹੈਗਾ ਮਤਲਬ ਇਹ ਕਿ ਇੱਕ ਗੱਲ ਜਿਹੜੀ ਹਰ ਬੰਦੇ ਨੂੰ ਮੰਨ ਲੈਣੀ ਚਾਹੀਦੀ ਹੈ, ਉਹ ਇਹ ਹੈ ਕਿ ਕੁਝ ਤਾਂ ਬੰਦੇ ਚਾਹੁੰਦੇ ਆ ਤੇ ਜਿਹੜੇ ਵਿਰਲੇ ਸੰਸਾਰ ਜਿਹੜੇ ਨੇ ਉਹਨਾਂ ਨੂੰ ਪਰਮਾਤਮਾ ਭੇਜਦਾ। ਮੇਰੀ ਗੱਲ ਯਾਦ ਰੱਖਣੀ, ਠੀਕ, ਜਿਹਨੂੰ ਅਸੀਂ ਮੈਸੇਂਜਰਸ ਆਫ ਗੋਡ, ਸਨ ਆਫ ਗੋਡ ਜੀ, ਬਸ ਪਰਮਾਤਮਾ ਦੇ ਜਿਹੜੇ ਦੂਤ, ਉਹ ਅਪੋਸਟਲਸ ਅਸੀਂ ਕਹਿੰਦੇ ਹਾਂ ਥਰੂ ਦੀ ਵਰਲਡ। ਉਹ ਜਿਹੜੇ ਬੰਦੇ ਨੇ, ਆਪਾਂ ਉਸ ਨੂੰ ਸਹਿਜਧਾਰਾ ਦੇ ਵਿੱਚ ਇਸ ਤਰ੍ਹਾਂ ਨਿਕੇਟ ਕਰਦੇ ਹਾਂ ਕਿ ਕੁਝ ਉਹ ਪੀਰ ਨੇ, ਫਕੀਰ ਲੋਕ ਨੇ, ਨੇਕਰਮੀ ਫਕੀਰ, ਜਿਹੜੇ ਉਹ ਲੋਕ ਨੇ, ਉਹਨਾਂ ਨੂੰ ਪਰਮਾਤਮਾ ਭੇਜਦਾ। ਠੀਕ ਹੈ। ਤੇ ਇਸ ਤੋਂ ਅੱਗੇ ਸਾਡੀ ਸਮਝ ਹੈਗੀ
ਕਿ ਉਹਨਾਂ ਦੇ ਮਾਮਲੇ ਦੇ ਵਿੱਚ ਵਿਲੈ ਤੇ ਅਨੁਗ੍ਰਹਿ, ਪਹਿਲਾਂ ਤਾਂ ਵਿਲੈ ਦਾ ਮਤਲਬ ਹੈਗਾ ਹਾਂਜੀ ਉਹ ਵਿਲੈ ਉਹ ਜਗ੍ਹਾ ਜਦੋਂ ਅਸੀਂ ਮਰ ਜਾਂਦੇ ਹਾਂ ਠੀਕ ਹੈ ਉਹਦੇ 'ਚ। ਅਨੁਗ੍ਰਹਿ ਹੁੰਦਾ ਇਹ ਕਿ ਜਦੋਂ ਅਸੀਂ ਰਲਟਾ ਗਏ ਉਹਦੇ 'ਚ ਹਾਂਜੀ ਅਸੀਂ ਚਲੇ ਗਏ, ਹਾਂਜੀ ਤੇ ਅਨੁਗ੍ਰਹਿ ਦਾ ਹੁੰਦਾ ਕਿ ਉਸ ਨੇ ਸਾਨੂੰ ਅਪਣਾ ਲਿਆ। ਠੀਕ ਅਨੁਗ੍ਰਹਿ ਤੋਂ ਲਫ਼ਜ਼ ਹੈਗਾ ਇਹ ਨਹੀਂ ਕਿ ਮਰਜਰ ਹੋ ਗਿਆ ਜੀ ਨੇ ਆਪਾਂ ਜੇ ਕਹੀਏ ਨਾ ਜਿਉਂ ਜਲ ਮੈਂ ਜਲ ਡਾਇਰੈਕਟਰ ਨਾ ਤਿਉਂ ਜੋਤੀ ਸੰਜੋਤ ਸਮਾਨਾ, ਇਹ ਵਿਲੇ ਦੀ ਸਥਿਤੀ ਹੈ। ਠੀਕ ਠੀਕ ਵਿਲੇ ਦੀ ਸਥਿਤੀ ਤੋਂ ਅੱਗੇ ਜਾ ਕੇ ਜਿੱਥੋਂ ਆਪਾਂ ਸ਼ੁਰੂ ਕੀਤਾ ਸੀ ਹਾਂਜੀ ਤਾਂ ਉੱਥੋਂ ਹੈਗਾ ਸੀਗਾ ਵਿਲੇ ਤੇ ਅਨੁਗ੍ਰਹਿ। ਜੀ ਪੰਜਵੀਂ ਜਿਹੜੀ ਸਟੇਜ ਹੈਗੀ ਉਹ ਸਟੇਜ ਦੇ ਵਿੱਚ ਤੇ ਮਤਲਬ ਉਹਦੇ ਅਸੀਂ ਚਲੇ ਗਏ ਉਹਦੇ ਕੋਲ ਤੇ ਉਹਨੇ ਸਾਨੂੰ ਆਪਣੇ ਗਲ ਨਾਲ ਲਾ ਲਿਆ, ਅਪਣਾ ਲਿਆ। ਜੀ ਇਹ ਜਿਹੜੀ ਹੈਗੀ ਸਟੇਜ ਹੁੰਦੀ ਹੈ, ਇਹਨੂੰ ਤੁਰੀਆ ਅਤੀਤ ਅਵਸਥਾ ਕਹਿੰਦੇ ਆ, ਠੀਕ ਹੈ ਜਿਹਨੂੰ ਅਸੀਂ ਕਹਿੰਦੇ ਸੰਪੂਰਨ ਥੀਆ ਰਾਮ। ਠੀਕ ਹੈ ਇਹ ਉਹ ਸਟੇਜ ਹੈ। ਠੀਕ ਹੈ ਘੜੀ ਇਸ਼ਾਰਾ ਕਰ ਰਹੀ ਹੈ ਜੀ। ਠੀਕ ਹੈ। ਸਾਰੇ ਸਾਧਕਾਂ ਨੂੰ ਬੇਨਤੀ ਹੈ ਕਿ ਗੁਰੂ ਪਿਤਾ ਡਾਕਟਰ ਜਗਜੀਤ ਸਿੰਘ ਗਰੇਵਾਲ ਜੀ ਕੁਝ ਦਿਨਾਂ ਲਈ ਟੋਰਾਂਟੋ ਗਏ ਹੋਏ ਨੇ, ਜਿੱਥੇ ਉਹ ਪ੍ਰਚਾਰ ਕਰਨਗੇ ਅਤੇ ਨਿੱਜੀ ਮੁਲਾਕਾਤਾਂ ਵੀ ਕਰਨਗੇ ਤੇ 40 ਦਿਨਾਂ ਬਾਅਦ ਉਹ ਵਾਪਸ ਆ ਜਾਣਗੇ। ਉਹਨਾਂ ਦੇ ਆਉਣ ਤੋਂ ਬਾਅਦ 'ਚ 27 ਅਗਸਤ ਦਿਨ ਸ਼ਨੀਵਾਰ ਤੋਂ ਇਹਨਾਂ ਪ੍ਰੋਗਰਾਮਾਂ ਦਾ ਦੁਬਾਰਾ ਤੋਂ ਪ੍ਰਸਾਰਣ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਸਮੇਂ ਦੇ ਵਿੱਚ ਸਹਿਜ ਸਾਧਕਾਂ ਅਤੇ ਹੋਰਨਾਂ ਮਿੱਤਰਾਂ ਨੂੰ ਦਿੱਤੇ ਹੋਏ ਲੈਕਚਰਾਂ ਨੂੰ ਚੰਗੀ ਤਰ੍ਹਾਂ ਵਿਚਾਰ ਲੈਣਾ ਚਾਹੀਦਾ ਹੈ ਤਾਂ ਜੋ ਇਹਨਾਂ ਰੂਹਾਨੀ ਵਿਚਾਰਾਂ ਨੂੰ ਅੱਗੇ ਤੋਰ ਸਕੀਏ। ਧੰਨਵਾਦ ਜੀ। हे परमात्मा समर्थ दे, हे परमात्मा समर्थ दे, हे परमात्मा समर्थ दे, हे परमात्मा समर्थ दे, हे परमात्मा